देखो ABP ਸਾਂਝਾ टाटा स्काई चैनल नंबर 1929 ਤੇ। यूक्रेन ਦੇ ਵਿੱਚ ਭਿਆਨਕ ਜੰਗ ਦੇ ਨਿਸ਼ਾਨ ਹਰ ਪਾਸੇ ਨੇ। ਸ਼ਹਿਰ ਵੀਰਾਨ ਹੋ ਰਹੇ ਨੇ, ਖੰਡਰ 'ਚ ਤਬਦੀਲ ਹੋ ਰਹੇ ਨੇ, ਲੋਕ ਖੌਫਜ਼ਦਾ ਨੇ। ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਹਾਲਾਂਕਿ ਜੋ ਯੂਕਰੇਨ ਦੇ ਰਾਸ਼ਟਰਪਤੀ ਨੇ ਵੋਲੋਦੀਮੀਰ ਜ਼ੈਲੈਂਸਕੀ, ਉਹਨਾਂ ਨੇ ਮੁੜ ਤੋਂ ਦੁਹਰਾਇਆ ਕਿ ਯੂਕਰੇਨ ਇਹ ਜੰਗ ਆਖਰੀ ਦਮ ਤੱਕ ਲੜੇਗਾ ਤੇ ਨਾਲ ਹੀ ਰੂਸ ਤੇ ਪਾਬੰਦੀਆਂ ਦਾ ਸਿਲਸਿਲਾ ਵੀ ਵੱਖ-ਵੱਖ ਮੁਲਕਾਂ ਦੇ ਵੱਲੋਂ ਲਗਾਤਾਰ ਜਾਰੀ ਹੈ ਤੇ ਇਸੇ ਦੇ ਨਾਲ ਜਾਰੀ ਹੈ ਸਿਲਸਿਲਾ ਉਹਨਾਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਜੋ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਪੰਜਾਬ ਦੇ ਕੁਝ ਵਿਦਿਆਰਥੀ ਵੀ ਵਾਪਸ ਪਰਤੇ ਨੇ ਜੋ ਦੱਸ ਰਹੇ ਨੇ ਕਿ ਕਿਵੇਂ ਬਿਨਾਂ ਖਾਦੇ ਪੀਤੇ ਉਹਨਾਂ ਨੇ ਲੰਬਾ ਸਫ਼ਰ ਕੀਤਾ, ਕਈ ਔਕੜਾਂ ਚੱਲੀਆਂ ਤੇ ਆਪਣੇ ਵਤਨ ਵਾਪਸ ਪਰਤੇ ਨੇ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ 16 ਤਰੀਕ ਤੋਂ ਨਾ ਥੋੜਾ ਜਿਹਾ ਲੱਗਦਾ ਤਾਂ ਇਹੀ ਪਿਆ ਸੀਗਾ, ਪਹਿਲਾਂ ਹੀ ਫਰਵਰੀ ਦੇ ਸਟਾਰਟਿੰਗ ਤੋਂ ਵੀ ਕੁਝ ਇੱਦਾਂ ਦੇ ਇੰਡੀਕੇਸ਼ਨਸ ਹੈਗੇ ਆ, ਪਰ ਮੇਰੇ ਖਿਆਲ 16-17 ਤੱਕ ਸਾਨੂੰ ਇਹੀ 50-50 ਚਾਂਸ ਲੱਗਦਾ ਰਿਹਾ ਵੀ ਕੁਝ ਹੋਊਗਾ ਜਾਂ ਕੁਝ ਨਹੀਂ ਹੋਊਗਾ। ਨਾ ਯੂਨੀਵਰਸਿਟੀ ਵੱਲੋਂ ਕੁਝ ਕਲੀਅਰ ਸੀ, ਨਾ ਅੰਬੈਸੀ ਵੱਲੋਂ ਕੁਝ ਕਲੀਅਰ ਸੀਗਾ। ਤੇ ਪਰ ਜਿਹੜਾ ਸਭ ਤੋਂ ਪਹਿਲਾਂ ਐਮਰਜੈਂਸੀ ਦਾ ਥੋੜਾ ਸਾਨੂੰ ਪਤਾ ਲੱਗਾ ਉਹ 23 ਰਾਤ ਨੂੰ ਪਤਾ ਲੱਗਾ ਤੇ ਅਸੀਂ ਥੋੜਾ ਕਰ ਲਿਆ ਵੀ ਹੁਣ ਕੁਝ ਸਟੇਟ 'ਚ ਹੋਊਗਾ, ਪਰ ਉਹਦੇ ਨਾਲ ਲਿਖਿਆ ਹੋਇਆ ਸੀ ਵੀ ਐਮਰਜੈਂਸੀ ਤਾਰ ਲਾਈ ਆ ਵੀ ਜਿਹੜੇ ਯੂਕਰੇਨੀਅਨਸ ਆ ਜਾਂ ਅੰਦਰ ਜਿਹੜੇ ਸਾਡੇ ਕੰਟਰੀ ਦੇ ਸਿਟੀਜ਼ਨਸ ਆ ਉਹ ਕੋਈ ਪ੍ਰੋਟੈਸਟ ਨਾ ਕਰਨ, ਉਹ ਕਿਤੇ ਰੈਲੀਜ਼ ਨਾ ਕਰਨ, ਵੀ ਸਟੇਟ 'ਚ ਹਾਲਾਤ ਨਾ ਖਰਾਬ ਹੋਣ ਕਿ ਉਹ ਪੈਨਿਕ ਨਾ ਕ੍ਰੀਏਟ ਕਰਨ, ਤੇ ਇਸ ਕਰਕੇ ਸਿਰਫ ਐਮਰਜੈਂਸੀ ਲੱਗੀ ਹੈ। ਤੇ 23 ਰਾਤ ਨੂੰ ਸਾਰਾ 에ਅਰ ਸਪੇਸ ਬੰਦ ਹੋ ਗਿਆ ਸੀ ਤੇ ਸਾਰੇ ਘੰਟੇ ਬਾਅਦ ਨਿਊਜ਼ ਆਈ ਜਾਂਦੀ ਸੀ ਵੀ ਆਹ 에ਅਰਪੋਰਟ ਬੰਦ ਹੋ ਗਿਆ ਜਾਂ ਮੇਰੀ ਸਟੇਟ ਦਾ ਬੰਦ ਹੋ ਗਿਆ, ਕੀਵ ਦਾ ਬੰਦ ਹੋ ਗਿਆ। ਤੇ 24 ਸਵੇਰ ਨੂੰ 3 ਵਜੇ ਤੋਂ ਸਾਨੂੰ ਆਵਾਜ਼ ਸੁਣਨੀ ਸ਼ੁਰੂ ਹੋ ਗਈ ਸੀ ਕਿ ਕਿਤੇ ਕੁਝ ਹੋ ਰਿਹਾ ਆ, ਤੇ ਉਹ ਕੰਟਰੀ ਸਾਈਡ ਤੇ ਹੋ ਰਿਹਾ ਸੀ। ਮੇਰੇ ਤੋਂ ਬਾਰਡਰ 38 ਕਿਲੋਮੀਟਰ ਦੂਰ ਸੀਗਾ ਤੇ ਉੱਥੇ ਇਹ ਸਭ ਕੁਝ ਪਹਿਲਾਂ ਸਟਾਰਟ ਹੋਇਆ ਸੀ। ਤੇ ਉਸ ਤੋਂ ਬਾਅਦ ਫਿਰ ਅਸੀਂ ਬੰਕਰਸ 'ਚ ਚਲੇ ਗਏ। ਸਾਨੂੰ ਸਾਡੀ ਯੂਨੀਵਰਸਿਟੀ ਦੇ ਸਾਰਿਆਂ ਨੇ ਕਹਿ ਦਿੱਤਾ ਕਿ ਸੇਫ ਸਾਈਡ ਜਾਣਾ ਆ, ਤੇ ਅਸੀਂ ਆਪਣੇ ਸਾਰੇ ਫਰੈਂਡਸ ਇਕੱਠੇ ਹੋ ਕੇ 20 ਜਾਣੇ ਸੀ, ਅਸੀਂ ਬੰਕਰਸ 'ਚ ਚਲੇ ਗਏ। ਤੇ ਬੰਕਰਸ ਉਹ ਬਹੁਤ ਪੁਰਾਣੇ ਸੀਗੇ, ਉਹਨਾਂ 'ਚ ਕੋਈ ਫੈਸਿਲਿਟੀ ਨਹੀਂ ਸੀ, ਘੁੱਪ ਹਨੇਰਾ ਸੀਗਾ। ਤੇ ਸਾਡੇ ਨਾਲ ਜਿਹੜੇ ਸਾਡੇ ਦੋਸਤ ਸੀ ਉਹਨਾਂ ਨੇ ਉੱਥੇ ਬਲਬ ਵਗੈਰਾ ਲਗਾ ਕੇ ਥੋੜਾ ਅਰੇਂਜਮੈਂਟ ਕਰ ਲਿਆ। ਤੇ ਫਿਰ ਅਸੀਂ ਅਗਲੇ ਦਿਨ ਥੋੜੇ ਜਿਹੇ ਆਪਣੇ ਘਰੋਂ ਚਾਦਰਾਂ ਵਗੈਰਾ ਲੈ ਆਏ ਕਿ ਅਸੀਂ ਜ਼ਮੀਨ 'ਤੇ ਕਿੱਦਾਂ ਸੌਣਾ ਆ, ਤੇ ਉਹ ਚਾਦਰਾਂ ਵਗੈਰਾ ਵਿਛਾ ਲਈਆਂ ਤੇ ਸਭ ਕੁਝ ਕੀਤਾ। ਤੇ ਅਸੀਂ 5 ਦਿਨ ਘੱਟੋ ਘੱਟ ਬੰਕਰ 'ਚ ਰਹੇ ਹਾਂ। ਪਹਿਲੇ 2 ਦਿਨ ਅਸੀਂ ਕੱਢ ਲਏ ਆ ਕਿਉਂਕਿ ਸਾਡੇ ਕੋਲ ਪਾਣੀ ਸੀ, ਥੋੜਾ ਖਾਣਾ ਸੀ, ਤੇ ਤੀਸਰਾ ਚੌਥਾ ਦਿਨ 5ਵਾਂ ਦਿਨ ਸਾਡਾ ਸਭ ਕੁਝ ਖਤਮ ਹੋ ਗਿਆ ਸੀਗਾ। ਫਿਰ ਅਸੀਂ ਬਿਲਕੁਲ ਹੀ ਮਤਲਬ ਇੱਕ ਬ੍ਰੈਡ ਤੇ ਜਾਂ ਇੱਕ ਆਲੂ ਤੇ ਇੱਦਾਂ ਦੇ ਆ ਗਏ ਕਿ ਕੁਝ ਖਰੀਦ ਨਹੀਂ ਸਕਦੇ ਸੀਗੇ। ਤੇ ਫਿਰ 6ਵੇਂ ਦਿਨ ਸਾਡੇ ਇੱਕ ਗਰੁੱਪ ਸਾਡੇ ਨਾਲ ਦਾ ਨਿਕਲ ਗਿਆ ਹਿੰਮਤ ਕਰਕੇ। ਤੇ ਦੁਪਹਿਰ ਨੂੰ ਅਸੀਂ ਜਦੋਂ ਨਿਕਲਣ ਲੱਗੇ ਸਾਡੀ ਟੈਕਸੀ ਨਹੀਂ ਬੁੱਕ ਹੋ ਰਹੀ ਸੀ ਕਿਉਂਕਿ ਉੱਥੇ ਇੰਨਾ ਰਸ਼ ਹੋ ਗਿਆ ਸੀ ਵੀ ਸਾਰੇ ਬੱਚੇ ਇਕੱਠੇ ਨਿਕਲਣ ਲੱਗ ਗਏ ਤੇ ਟੈਕਸੀ ਨਹੀਂ ਮਿਲਦੀ ਪਈ ਸੀ। ਤੇ ਸਾਡੇ ਕੋਲ 2 ਘੰਟੇ ਦਾ ਟਾਈਮ ਸੀ, ਅਸੀਂ 2 ਘੰਟੇ ਟੈਕਸੀ ਟਰਾਈ ਕਰਦੇ ਰਹੇ, ਸਾਨੂੰ ਨਹੀਂ ਮਿਲੀ। ਤੇ ਉਸ ਤੋਂ ਬਾਅਦ ਕਰਫਿਊ ਸਟਾਰਟ ਹੋ ਜਾਣਾ ਸੀ ਤੇ ਕਰਫਿਊ ਲੱਗ ਗਿਆ, ਫਿਰ ਸਾਨੂੰ ਰੁਕਣਾ ਪਿਆ। ਤੇ ਫਿਰ ਅਸੀਂ ਨੈਕਸਟ ਡੇ ਜਦੋਂ ਸਵੇਰੇ ਨਿਕਲੇ ਆ 6 ਵਜੇ ਕਰਫਿਊ ਖੁੱਲ੍ਹਣਾ ਸੀ, ਅਸੀਂ 5 ਵਜੇ ਤੋਂ ਉੱਠ ਕੇ ਫਿਰ ਟੈਕਸੀ ਟਰਾਈ ਕਰੀ ਜਾਂਦੇ ਸੀ ਵੀ ਅਸੀਂ ਪਹੁੰਚਣਾ ਕਿਸੇ ਢੰਗ ਨਾਲ ਰੇਲਵੇ ਸਟੇਸ਼ਨ 'ਤੇ। ਤੇ ਅਸੀਂ ਉਸ ਲਈ ਫਿਰ ਟਰਾਈ ਕੀਤੀ ਪਰ ਨਹੀਂ ਸਾਨੂੰ ਮਿਲੀ। ਫਿਰ ਸਾਡੇ ਨਾਲ ਇੱਕ ਭਾਜੀ ਸੀ, ਉਹਨਾਂ ਨੇ ਕੋਈ ਡਰਾਈਵਰ ਦਾ ਨੰਬਰ ਕੰਟੈਕਟ ਕਰਕੇ ਸਾਡੇ ਲਈ ਟੈਕਸੀ ਅਰੇਂਜ ਕੀਤੀ ਤੇ ਅਸੀਂ ਰੇਲਵੇ ਸਟੇਸ਼ਨ 'ਤੇ ਪਹੁੰਚੇ। ਤੇ ਉਹ ਜਿਹੜੀ ਟ੍ਰੇਨ ਸੀਗੀ ਉਹਦੇ ਵਿੱਚ ਜਿਹੜੇ ਲੋਕ ਉੱਥੇ ਜਿਨ੍ਹਾਂ ਨੇ ਰਿਜ਼ਰਵੇਸ਼ਨ ਕਰਾਈ ਸੀ ਉਹ ਤਾਂ ਸੀਟਸ 'ਤੇ ਬੈਠੇ ਹੋਏ ਸੀਗੇ, ਤੇ ਜਿਹੜੇ ਸਾਡੇ ਵਰਗੇ ਸਟੂਡੈਂਟਸ ਸੀ ਅਸੀਂ ਚੜ੍ਹੇ। ਅਸੀਂ 12 ਘੰਟੇ ਸਾਨੂੰ ਲੱਗਣੇ ਸੀ, ਪਰ ਜਿੱਦਾਂ ਦੇ ਹਾਲਾਤ ਸੀਗੇ ਹਰ ਟ੍ਰੇਨ ਡਬਲ ਟਾਈਮ ਲੈ ਰਹੀ ਸੀਗੀ ਕਿਉਂਕਿ ਸਟੇਟ ਪੂਰੀ ਹਿੱਲੀ ਪਈ ਸੀਗੀ, ਸਾਰੇ ਪਾਸੇ ਇੰਨਾ ਡਿਸਟਰਕਸ਼ਨ ਹੋ ਚੁੱਕਾ ਸੀਗਾ। ਤੇ ਕੀਵ ਵਰਗੀ ਜਿੱਥੇ ਇੰਨਾ ਡਿਸਟਰਕਸ਼ਨ ਪਹਿਲਾਂ ਹੀ 5 ਦਿਨਾਂ 'ਚ ਹੋ ਚੁੱਕਾ ਸੀਗਾ, ਉੱਥੋਂ ਅਸੀਂ ਨਿਕਲਣਾ ਸੀਗਾ ਤਾਂ ਟ੍ਰੇਨ ਨੇ 22 ਘੰਟੇ ਲਏ ਸਾਨੂੰ ਲਵੀਵ ਤੱਕ ਪਹੁੰਚਾਉਣ ਲਈ। ਖਾਰਕਿਵ ਤੋਂ ਮੇਰੀ ਸਟੇਟ ਤੋਂ 1200 ਕਿਲੋਮੀਟਰ ਤੱਕ ਜਾਣ ਲਈ 22 ਘੰਟੇ ਲਏ ਤੇ ਅਸੀਂ 22 ਘੰਟੇ ਕੋਰੀਡੋਰ 'ਚ ਖੜ੍ਹੇ ਹੋ ਕੇ ਆਏ ਟ੍ਰੇਨ 'ਚ। ਤੇ ਥੋੜਾ ਟਾਈਮ ਮਿਲਦਾ ਸੀ ਤੇ ਜਿਹੜੇ ਬੈਗ ਅਸੀਂ ਚੱਕੇ ਸੀ ਉੱਤੇ ਬੈਠ ਜਾਈਦਾ ਸੀ ਤੇ ਕਦੀ ਖੜੇ ਹੋ ਜਾਈਦੇ ਸੀ, ਬਸ ਪੈਰ ਸਾਡੇ ਸਿੱਧੇ ਵੀ ਨਹੀਂ ਹੁੰਦੇ ਸੀ, ਇੰਨੀ ਕੁ ਜਗ੍ਹਾ ਸੀਗੀ। 8 ਦਹਾਕੇ ਪਹਿਲਾਂ ਵੀ ਯੂਕਰੇਨ ਨੇ ਬਰਬਾਦੀ ਦਾ ਅਜਿਹਾ ਹੀ ਮੰਜ਼ਰ ਦੇਖਿਆ ਸੀ ਜੋ ਮੌਜੂਦਾ ਹਾਲਾਤਾਂ ਦੇ ਵਿੱਚੋਂ ਯੂਕਰੇਨ ਲੰਘ ਰਿਹਾ ਹੈ। ਅਜਿਹੀ ਹਾਲਾਤ ਯੂਕਰੇਨ ਨੇ ਪਹਿਲਾਂ ਵੀ ਹੰਡਾਏ ਨੇ, ਪਰ ਸਾਲਾਂ ਦੀ ਤਰੱਕੀ ਤੋਂ ਬਾਅਦ ਹੁਣ ਮੁੜ ਤੋਂ ਤਬਾਹੀ ਹੋ ਰਹੀ ਹੈ। ਖੌਫ ਦੇ ਸਾਏ ਹੇਠ ਲੋਕ ਉੱਥੇ ਮੌਜੂਦ ਨੇ। ਜੋ ਵਿਦਿਆਰਥੀ ਪੰਜਾਬ ਪਰਤੇ ਨੇ, ਖਾਸ ਕਰਕੇ ਮੁਕਤਸਰ ਦੇ ਜੋ ਵਿਦਿਆਰਥੀ ਆਏ ਨੇ, ਉਹ ਬਿਆਨ ਕਰ ਰਹੇ ਨੇ ਕਿ ਉੱਥੇ ਖੌਫ ਦਾ ਕਿਹੋ ਜਿਹਾ ਮੰਜ਼ਰ ਹੈ। ਮੇਰਾ ਨਾਮ ਮਨੀਸ਼ ਚਾਵਲਾ ਹੈ, ਮੈਂ ਯੂਕਰੇਨ 'ਚ ਖਾਰਕਿਵ ਸਿਟੀ 'ਚ ਰਹਿੰਦਾ ਤੇ ਹੁਣ ਫਸਟ ਈਅਰ 'ਚ ਮੈਨੂੰ ਗਏ ਨੂੰ ਸਿਰਫ 3 ਮਹੀਨੇ ਹੋਏ ਸੀਗੇ ਉੱਥੇ। ਤੇ ਉੱਥੇ ਗਏ ਆ, ਉੱਥੇ ਸਾਡੀ ਪੜ੍ਹਾਈ ਸ਼ੁਰੂ ਹੋਈ ਆ। ਹੁਣ ਥੋੜ੍ਹੇ ਦਿਨਾਂ ਤੋਂ ਹੀ ਸਾਨੂੰ ਪਤਾ ਲੱਗਦਾ ਵੀ ਲੜਾਈ ਸ਼ੁਰੂ ਹੋ ਗਈ ਆ। ਤਾਂ ਅਸੀਂ ਸ਼ੁਰੂ 'ਚ ਪੁੱਛਿਆ ਵੀ ਅਸੀਂ ਜਿਹੜੇ ਸਾਡੇ ਕੰਮ ਕਰਦੇ ਆ ਜਾਂ ਸਾਡੇ ਟੀਚਰਸ ਆ
ਉਹ ਕਹਿੰਦੇ ਵੀ ਚੱਲਦਾ ਹੀ ਆ ਰਿਹਾ, ਤਾਂ ਕਰਕੇ ਅਸੀਂ ਉੱਥੇ ਹੀ ਰਹੇ। ਤੇ ਇੱਕੋ ਦਮ ਵੱਧ ਗਿਆ। ਮੇਰੀ 25 ਤਰੀਕ ਦੀ ਫਲਾਈਟ ਸੀਗੀ ਤੇ 24 ਤਰੀਕ ਨੂੰ ਸਵੇਰ ਬਲਾਸਟ ਹੋ ਗਿਆ। ਤੇ ਸਾਨੂੰ ਫਿਰ ਨਾਲਦਿਆਂ ਨੇ ਦੱਸਿਆ ਵੀ ਬਲਾਸਟ ਹੋਇਆ। ਮੈਂ ਤੇ ਮੇਰੇ ਨਾਲ ਇੱਕ ਹੋਰ ਮੁੰਡਾ ਸੀ, ਅਸੀਂ 4 ਜਣੇ ਰਹਿੰਦੇ ਸੀ ਕਮਰੇ 'ਚ। 2 ਜਣੇ ਪਹਿਲਾਂ ਨਿਕਲ ਗਏ ਸੀ ਕਮਰੇ 'ਚੋਂ ਤੇ ਅਸੀਂ 2 ਰਹਿ ਗਏ ਸੀਗੇ। ਫਿਰ ਅਸੀਂ 2 ਜਣੇ ਭੱਜੇ, ਨੇੜੇ ਤੇੜੇ ਗਰੋਸਰੀ ਸਟੋਰ ਤੇ ਜਾ ਕੇ ਸਮਾਨ ਇਕੱਠਾ ਕੀਤਾ ਤੇ ਲੈ ਕੇ ਆਏ। ਸਾਨੂੰ ਹੋਸਟਲ ਕਹਿੰਦੇ ਵੀ ਜਲਦੀ ਜਲਦੀ ਥੱਲੇ ਬੇਸਮੈਂਟ ਬੰਕਰ ਬਣੇ ਹੋਏ ਆ, ਉਹਦੇ ਚਲੇ ਗਏ। ਫਿਰ ਸਾਨੂੰ ਫਿਰ ਉਹਦੇ 'ਚ ਬੇਸਮੈਂਟ 'ਚ ਰੱਖਿਆ ਕਾਫੀ ਦਿਨ। ਸਾਨੂੰ 1 ਤਰੀਕ ਨੂੰ ਰਾਤ ਨੂੰ ਕਹਿੰਦੇ ਵੀ ਸਵੇਰ ਤੁਸੀਂ 5:45 ਤੇ ਵੋਗਜ਼ਲ ਸਟੇਸ਼ਨ ਨਿਕਲਣਾ, ਕਿਉਂਕਿ ਇੰਡੀਅਨ ਐਮਬੈਸੀ ਕੁਛ ਕਰਦੀ ਨਹੀਂ ਪਈ ਸੀਗੀ। ਤੇ ਅਖੀਰ ਸਾਡੇ ਕੋਲ ਆਹੀ ਸੀ ਵੀ ਟ੍ਰੇਨ ਲੈ ਕੇ ਵੈਸਟ ਵੱਲ ਚਲੇ ਜਾਈਏ। ਤੇ ਫਿਰ ਅਸੀਂ ਸਵੇਰ ਜਿੰਨੇ ਬੱਚੇ ਥੱਲੇ ਸੀਗੇ, ਇੱਕ ਸਵਾਦੀਨ ਸਰ ਸਾਡੇ ਨਾਲ ਗਏ ਆ ਰੇਲਵੇ ਸਟੇਸ਼ਨ ਤੇ ਫਿਰ ਅਸੀਂ ਵੋਗਜ਼ਲ ਰੇਲਵੇ ਸਟੇਸ਼ਨ ਗਏ, ਤੁਰ ਕੇ ਗਏ, ਬਾਏ ਫੁੱਟ ਗਏ ਆ। ਤੇ 2 ਘੰਟੇ ਅਸੀਂ ਬਾਏ ਵਾਕ ਗਏ ਤੇ ਉੱਥੇ ਜਾ ਕੇ ਖੜੇ ਆ ਤੇ ਬੰਬਿੰਗ ਸਟਾਰਟ ਹੋ ਗਈ, ਹੈਵੀ ਬੰਬਾਰਡਮੈਂਟਸ ਹੋਈਆਂ। ਖੜੇ ਆ, ਫਿਰ ਉੱਥੇ ਸਾਰੇ ਜਾ ਕੇ ਘਬਰਾ ਗਏ ਕਿਉਂਕਿ ਬਹੁਤ ਨੇੜੇ ਸ਼ੈਲਿੰਗ ਹੋਈ ਸੀ ਸਾਰੇ। ਫਿਰ ਅਸੀਂ ਅੰਡਰਗਰਾਊਂਡ ਬੇਸਮੈਂਟ 'ਚ ਚਲੇ ਗਏ ਮੈਟਰੋ 'ਚ। ਉੱਥੇ ਜਾ ਕੇ ਫਿਰ ਸਾਰੇ ਇਕੱਠੇ ਹੋਏ ਅਸੀਂ। ਫਿਰ ਥੋੜ੍ਹੇ ਟਾਈਮ ਬਾਅਦ ਸਾਨੂੰ ਟ੍ਰੇਨਸ ਕੋਲੇ ਲੈ ਕੇ ਗਏ ਤੇ ਟ੍ਰੇਨਸ ਕੋਲੇ ਜਾ ਕੇ ਸਾਨੂੰ ਬੋਰਡ ਹੀ ਨਹੀਂ ਕਰਨ ਦਿੱਤਾ ਟ੍ਰੇਨ 'ਤੇ, ਕਿਉਂਕਿ ਉਹਨਾਂ ਦੀ ਪ੍ਰਾਇੋਰਟੀ ਸੀ ਵੀ ਯੂਕਰੇਨੀਅਨ ਵੂਮਨ ਤੇ ਚਿਲਡਰਨ ਹੀ ਜਾਣ। ਇੰਡੀਅਨ ਐਮਬੈਸੀ ਇੰਨਾ ਕਰ ਦਿੰਦੀ ਵੀ 2 ਬੱਗੀਆਂ ਤਾਂ ਉਹ ਸਿਰਫ ਇੰਡੀਅਨਸ ਵਾਸਤੇ ਹੀ ਜਾਣਗੀਆਂ, 2 ਜਾਂ 3 ਜਿੰਨੀਆਂ ਵੀ ਹੈ, ਜਾਂ ਇੱਕ ਦਿਨ ਸਾਰੀਆਂ ਟ੍ਰੇਨਸ ਇੰਡੀਅਨਸ ਵਾਸਤੇ ਹੀ ਜਾਣ, ਯੂਕਰੇਨੀਅਨ ਬੋਰਡ ਹੀ ਨਾ ਕਰਨ ਉਹਦੇ 'ਤੇ ਵੀ। ਇੰਨੀ ਕੁ ਹੈਲਪ ਕਰ ਦਿੰਦੀ, ਜਾਂ ਬੱਸਿਸ ਅਰੇਂਜ ਕਰ ਦਿੰਦੀ ਵੀ ਅਸੀਂ ਵੈਸਟ ਸਾਈਡ ਚਲੇ ਜਾਂਦੇ। ਤੇ ਫਿਰ ਉੱਥੇ ਫਿਰ ਅਸੀਂ ਟ੍ਰੇਨ ਹੋਪਲੈਸ ਅਸੀਂ ਬਾਹਰ ਆ ਗਏ ਤੇ ਫਿਰ ਸਟਾਰਟ ਹੋ ਗਈ। ਫਿਰ ਅਸੀਂ ਭੱਜੇ ਮੈਟਰੋ ਵੱਲ, ਸਾਰੇ ਜਿੰਨੇ ਅਸੀਂ ਗਰੁੱਪ ਬਣਾਏ ਸੀ ਸਾਰੇ ਅੱਡ ਹੋ ਗਏ, ਕੋਈ ਕਿਤੇ ਆ ਕੋਈ ਕਿਤੇ ਆ। ਫਿਰ ਇੰਡੀਅਨ ਗਵਰਨਮੈਂਟ ਦੀ ਐਡਵਾਈਸਰੀ ਆਉਂਦੀ ਆ ਵੀ ਜਲਦ ਤੋਂ ਜਲਦ ਪੈਸੋਚਿਨ ਪਹੁੰਚ ਜਾਓ। ਇੰਡੀਅਨ ਗਵਰਨਮੈਂਟ ਨੇ ਕਹਿਤਾ ਸੀ ਵੀ ਤੁਸੀਂ ਪੈਸੋਚਿਨ ਪਹੁੰਚ ਜਾਓ, ਇਹ ਨਹੀਂ ਦੱਸਿਆ ਵੀ ਪੈਸੋਚਿਨ ਕਿੱਥੇ ਰਹਿਣਾ, ਕਿਵੇਂ ਪਹੁੰਚਣਾ, ਇਹ ਨਹੀਂ ਉਹਨਾਂ ਨੇ ਦੱਸਿਆ ਸਾਨੂੰ ਵੀ, ਜਾਂ ਸਾਡਾ ਅਰੇਂਜਮੈਂਟ ਹੋਵੇ। ਸਾਰਾ ਅਰੇਂਜਮੈਂਟ ਉਹਨਾਂ ਨੇ ਹੀ ਕੀਤਾ। ਤੇ ਫਿਰ ਅਸੀਂ ਉੱਥੇ ਜਾ ਕੇ ਰਹੇ 2 ਦਿਨ ਤੇ ਉਸ ਤੋਂ ਬਾਅਦ ਸਾਡੀ ਬੱਸ ਅਰੇਂਜ ਹੋਈ। ਸਾਨੂੰ ਕਰਨ ਸਰ ਹਰਿਆਣੇ ਨੇ ਬਹੁਤ ਮੁਸ਼ਕਿਲ ਨਾਲ ਬੱਸਾਂ ਅਰੇਂਜ ਕੀਤੀਆਂ। ਉਹਨਾਂ ਨੇ ਬਹੁਤ, ਸਾਡੇ $500 ਟਿਕਟ ਸੀਗੀ ਤੇ ਬੜੀ ਮੁਸ਼ਕਿਲ ਨਾਲ ਬੱਸਾਂ, ਕਿਉਂਕਿ ਡਰਾਈਵਰ ਵੀ ਨਹੀਂ। ਕਰਨ ਸਰ ਦੱਸਦੇ ਸੀ ਵੀ ਅਸੀਂ ਤਾਂ ਬੱਸ ਖਰੀਦਣ ਤੱਕ ਗਏ ਸੀਗੇ ਵੀ ਬੱਸ ਅਸੀਂ ਖੁਦ ਖਰੀਦ ਕੇ ਭੇਜ ਦਈਏ। ਤੇ ਫਿਰ ਅਸੀਂ ਉੱਥੋਂ ਬਾਏ ਬੱਸ ਗਏ ਟਰਨੋਪਿਲ ਤੇ ਟਰਨੋਪਿਲ ਤੋਂ ਫਿਰ ਅਸੀਂ ਰੋਮੇਨੀਆ ਬਾਰਡਰ ਗਏ। ਫਿਰ ਬਾਰਡਰ ਤੋਂ ਬਾਅਦ ਇੰਡੀਅਨ ਐਮਬੈਸੀ ਨੇ ਜੋ ਸਿਰਫ ਫਲਾਈਟਸ ਕੀਤੀਆਂ ਉਹ ਸਿਰਫ ਇੰਡੀਅਨ ਐਮਬੈਸੀ ਨੇ ਕੀਤੀਆਂ ਤੇ ਅੰਦਰ ਉਹਨਾਂ ਨੇ ਇੰਡੀਅਨ ਐਮਬੈਸੀ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ। ਤੇ ਉਹਨਾਂ ਨੇ ਬਾਹਰੋਂ ਫਿਰ ਸਾਨੂੰ ਉੱਥੋਂ ਕੀਤਾ। ਤਾਂ ਮੈਂ ਆਵਾਜ਼ ਬੋਮਸ ਦੀ ਆਵਾਜ਼ ਆਈ, ਮੈਂ ਉੱਠੀ ਤੇ ਮੈਂ ਦੇਖਿਆ ਬਾਹਰ ਥੋੜ੍ਹਾ ਸਮਾਨ ਦਾ ਰੰਗ ਬਦਲਿਆ ਹੋਇਆ ਆ, ਲੋਕੀ ਭੱਜਣ ਲੱਗ ਪਏ ਨੇ। ਕੁਝ ਸਮਝ ਨਹੀਂ ਆ ਰਿਹਾ ਸੀਗਾ। ਸਿਚੁਏਸ਼ਨ ਤਾਂ ਪਤਾ ਸੀ ਕਿ ਮਤਲਬ ਥੋੜ੍ਹੀ ਕ੍ਰਿਟੀਕਲ ਹੈ, ਬਟ ਮੇਰੀ ਵੀ ਉਸ ਦਿਨ ਫਲਾਈਟ ਸੀਗੀ ਅਗਲੇ ਦਿਨ। ਤਾਂ ਮੈਂ ਆਪਣੇ ਓਨਰ ਨੂੰ ਮੈਸੇਜ ਕੀਤਾ ਤਾਂ ਉਹਨੇ ਮੈਨੂੰ ਦੱਸਿਆ ਕਿ ਇੱਦਾਂ ਇੱਦਾਂ ਹੋ ਗਿਆ, ਲੋਕ ਭੱਜ ਰਹੇ ਨੇ, ਬੈਗਸ ਚੱਕ ਕੇ ਭੱਜ ਰਹੇ ਨੇ। ਤਾਂ ਮਤਲਬ ਮੈਨੂੰ ਸਮਝ ਨਹੀਂ ਆਈ ਸੀ ਮੈਂ ਕੀ ਕਰਾਂ। ਮੈਂ ਆਪਣੇ ਦੋਸਤ ਨੂੰ ਫ਼ੋਨ ਕੀਤਾ, ਅਸੀਂ ਖੁਦ ਆਪਣੀ ਗਰੋਸਰੀਜ਼ ਲੈਣ ਲਈ ਭੱਜੇ ਫਟਾਫਟ। ਜੋ ਵੀ ਦਿਖ ਰਿਹਾ ਸੀਗਾ, ਲੰਬੀਆਂ ਲੰਬੀਆਂ ਲਾਈਨ ਸੀਗੀਆਂ, ਬਹੁਤ ਲੋਕ ਖੜ੍ਹੇ ਸੀ, ਪੈਨਿਕਡ ਸੀਗੇ, ਸਟੇਸ਼ਨ ਦੇ ਵਿੱਚ ਲਾਈਨ ਸੀਗੀਆਂ। ਫਿਰ ਜੋ ਸਾਡੇ ਉੱਥੇ ਕੰਟਰੈਕਟਰਸ ਨੇ ਉਹਨਾਂ ਨੇ ਸਾਨੂੰ ਗਰੁੱਪ ਬਣਾ, ਉਹਨਾਂ ਨੇ ਕਿਹਾ ਕਿ ਤੁਸੀਂ ਮੈਟਰੋ 'ਚ ਭੱਜੋ, ਬੋਮ ਸ਼ੁਰੂ ਹੋ ਗਏ ਸੀਗੇ। ਫਿਰ ਮੇਰੇ ਬਿਲਡਿੰਗ ਅਪਾਰਟਮੈਂਟ ਦੇ ਥੱਲੇ ਬੇਸਮੈਂਟ ਸੀਗੀ, ਤਾਂ ਫਿਰ ਮੈਂ ਉੱਥੇ ਮੂਵ ਹੋ ਗਈ ਆਪਣੇ। ਸਾਰੇ ਲੋਕ ਉੱਥੇ ਨੀਚੇ ਹੀ ਸੀਗੇ। ਤਾਂ 2-3 ਦਿਨ ਤੇ ਮਤਲਬ ਕਿ ਲੱਗ ਰਿਹਾ ਸੀ ਕਿ 2-3 ਦਿਨਾਂ 'ਚ ਠੀਕ ਹੋ ਜਾਊਗਾ, 2-3 ਦਿਨਾਂ ਦੀ ਗੱਲ ਹੈ, ਬਟ ਕਾਫੀ ਲੰਬਾ ਚਲਾ ਗਿਆ। ਸਾਰੇ ਉੱਥੇ ਰੈਜ਼ੀਡੈਂਟਸ ਵੀ ਸੀਗੇ, ਉਹ ਵਿਚਾਰੇ ਮਤਲਬ ਕਿ ਉਹਨਾਂ ਨੂੰ ਅਸੀਂ ਦੇਖਿਆ ਕਿੱਦਾਂ ਉਹ ਰੋ ਰਹੇ ਸੀ, ਕਿੱਦਾਂ ਕਿਸੇ ਨੂੰ ਮਤਲਬ ਕਿ ਲੁਕ ਕੇ ਵੀ ਰੋ ਰਹੇ ਸੀ, ਕਈ ਆਪਣੀ ਫੈਮਲੀਜ਼ ਤੋਂ। ਤੇ ਕਿਸੇ ਨੂੰ ਮਾਈਗ੍ਰੇਨ ਦਾ ਅਟੈਕ ਆ ਰਿਹਾ ਉੱਥੇ ਬੈਠਿਆਂ ਨੂੰ, ਕਿਸੇ ਨੂੰ ਐਸਥਮਾ ਦਾ ਅਟੈਕ ਆ ਰਿਹਾ ਆ। ਤਾਂ ਮਤਲਬ ਕਿ ਪੂਰੇ ਦਿਨ ਸਭ ਇੱਦਾਂ ਹੀ ਚੱਲਦਾ ਰਿਹਾ। ਖਾਣਾ ਪੀਣਾ, ਮਤਲਬ ਮੈਨੂੰ ਪਰਸਨਲੀ ਖਾਣੇ ਪੀਣੇ ਦੀ ਦਿੱਕਤ ਨਹੀਂ ਆਈ ਸੀ, ਬਟ ਉੱਥੇ ਹਜ਼ਾਰਾਂ ਬੱਚੇ ਸੀ ਜਿਨ੍ਹਾਂ ਨੂੰ ਇਹ ਦਿੱਕਤ ਫੇਸ ਕਰ ਰਹੇ ਸੀਗੇ। ਡਰਾਵਨਾ ਐਕਸਪੀਰੀਅੰਸ ਸੀ, ਜੋ ਘਰੋਂ ਹੀ ਹਜੇ ਬਾਹਰ ਨਿਕਲੇ ਨੇ। ਤੇ ਅਸੀਂ ਆਪਣੀ ਜੋ ਬਿਲਡਿੰਗ ਜਿੱਥੇ ਅਸੀਂ ਪੜ੍ਹਦੇ ਹੁੰਦੇ ਸੀ ਉਹਨਾਂ ਨੂੰ ਦੇਖ ਰਹੇ ਹਾਂ, ਰਸਤੇ 'ਚ ਦੁੱਖ ਵੀ ਬਹੁਤ ਲੱਗ ਰਿਹਾ ਆ, ਤੁਰੇ ਜਾ ਰਹੇ ਹਾਂ, ਮਤਲਬ ਕਿ ਸਭ ਡਰੇ ਹੋਏ ਸੀਗੇ। ਫਿਰ
ਅਸੀਂ ਸਟੇਸ਼ਨ ਜਦੋਂ ਪਹੁੰਚਦੇ ਹਾਂ ਰਸਤੇ 'ਚ ਕੋਈ ਬਲਾਸਟ ਨਹੀਂ, ਬਟ ਐਜ਼ ਸੂਨ ਐਜ਼ ਅਸੀਂ ਸਟੇਸ਼ਨ ਪਹੁੰਚੇ 2 ਬਲਾਸਟ ਹੋਏ ਬਹੁਤ ਮਤਲਬ ਕਿ ਖਤਰਨਾਕ, ਤੇ ਸਭ ਫਿਰ ਇੱਧਰ ਉੱਧਰ ਭੱਜਣ ਲੱਗੇ ਬੱਚੇ। ਫਿਰ ਅਸੀਂ ਹਿੰਮਤ ਕਰਕੇ ਸਾਰੇ ਬੱਚੇ ਸਟੇਸ਼ਨ ਤੇ ਪਹੁੰਚੇ, ਤੇ ਫਿਰ ਉਸ ਤੋਂ ਬਾਅਦ ਸਰ ਸੀ ਸਾਰੇ ਉੱਥੇ, ਮਤਲਬ ਕਿ ਉਹਨਾਂ ਨੂੰ ਉਹ ਹੈਲਪਲੈਸ ਫੀਲ ਕਰ ਰਹੇ ਸੀ ਕਿ ਇੰਨੇ ਬੱਚੇ ਖੁਦ, ਮਤਲਬ ਕਿ ਉਹਨਾਂ ਦੇ ਫੇਸ ਤੋਂ ਦਿਖ ਰਿਹਾ ਸੀ ਕਿ ਉਹ ਕਿੰਨੇ ਮਤਲਬ ਕਿ ਵਰੀਡ ਨੇ, ਪਰੇਸ਼ਾਨ ਨੇ, ਹੈਲਪਲੈਸ ਫੀਲ ਕਰ ਰਹੇ ਨੇ। ਬਿਲਕੁਲ ਬੱਚੇ ਹੋਪਲੈਸ ਹੋ ਚੁੱਕੇ ਸੀਗੇ। ਮੈਟਰੋ ਕੁਝ ਬੱਚੇ ਗੁੰਮ ਗਏ ਸੀਗੇ ਕਿਉਂਕਿ ਨੈਟਵਰਕ ਨਹੀਂ ਆ ਰਿਹਾ ਸੀਗਾ, ਉਹਨਾਂ ਦੇ ਪੇਰੈਂਟਸ ਪਰੇਸ਼ਾਨ ਸੀਗੇ। ਤਾਂ ਸਾਡੇ ਕੋਲ ਗਰੁੱਪਸ ਚੈਟਸ ਨੇ, ਅਗਰ ਤੁਸੀਂ ਦੇਖੋ ਤਾਂ ਮਤਲਬ ਬਹੁਤ ਹੀ ਇੱਦਾਂ ਮੈਸੇਜ ਆ ਰਿਹਾ ਕਿ ਚਲੋ ਫਟਾਫਟ ਅੰਦਰ ਵੜੋ, ਬੋmbਿੰਗ ਸ਼ੁਰੂ ਹੋ ਗਈ ਹੈ, ਜਾਂ ਆਹ ਬੱਚਾ ਇਹਦੇ ਪੇਰੈਂਟਸ ਨਾਲ ਕੋਈ ਹੈ ਤਾਂ ਪਲੀਜ਼ ਗੱਲ ਕਰੋ। ਔਰ ਜਿਸ ਬੱਚੇ ਦੀ ਡੈਥ ਹੋਈ ਹੈ ਨਵੀਨ, ਉਹਦੇ ਜੋ ਦੋਸਤ ਸੀਗੇ ਉਹ ਮੇਰੇ ਹੀ ਬੰਕਰ ਦੇ ਵਿੱਚ ਸੀਗੇ, ਔਰ ਜਦੋਂ ਉਹਨਾਂ ਨੂੰ ਆਇਡੈਂਟੀਫਾਈ ਕਰਨ ਲਈ ਉਹਨਾਂ ਨੇ ਫੋਟੋਜ਼ ਭੇਜੀਆਂ ਤਾਂ ਮਤਲਬ ਕਿ ਅਸੀਂ ਉਹਨਾਂ ਨੂੰ ਦੇਖਿਓ ਕਿੱਦਾਂ ਰੋ ਰਹੇ ਸੀ। ਤਾਂ ਮਤਲਬ ਤੂੰ ਬੰਕਰ 'ਚ ਕਿੰਨਾ ਚਿਰ ਰਹੇ ਹੋ? ਮੈਂ 8 ਦਿਨ ਸ਼ਾਇਦ 25 ਤਰੀਕ ਤੋਂ ਲੈ ਕੇ 2 ਤਰੀਕ ਤੱਕ ਅਸੀਂ ਬੰਕਰ 'ਚ ਹੀ ਸੀ, 24 ਤੋਂ ਲੈ ਕੇ 2। ਸਾਡੇ ਟੀਚਰਸ ਅਸੀਂ ਆ ਗਏ ਹਾਂ, ਬਟ ਉੱਥੇ ਸਾਡੇ ਟੀਚਰਸ ਨੇ, ਸਾਡੇ ਦੋਸਤ ਨੇ ਜੋ ਯੂਕਰੇਨੀਅਨਸ ਨੇ, ਔਰ ਮੈਨੂੰ ਤੇ 4 ਸਾਲ ਹੋ ਗਏ ਨੇ ਉੱਥੇ, ਤੇ ਜੋ ਬਿਲਡਿੰਗਸ ਅਸੀਂ ਮਤਲਬ ਪੜ੍ਹਨ ਤੋਂ ਬਾਅਦ ਮੈਂ ਜਦੋਂ ਘੁੰਮਣ ਜਾਂਦੀ ਹੁੰਦੀ ਸੀ ਉਹ ਸਭ ਡਿਸਟਰੋਏ ਹੋ ਗਿਆ। ਤਾਂ ਬਹੁਤ ਬੁਰਾ ਲੱਗ ਰਿਹਾ ਸੋਚ ਕੇ। ਜਦੋਂ ਯੂਕਰੇਨ ਦੇ ਵਿੱਚ ਜੰਗ ਸ਼ੁਰੂ ਹੋਈ ਉਸ ਵੇਲੇ ਭਾਰਤ ਦੇ 20,000 ਦੇ ਕਰੀਬ ਵਿਦਿਆਰਥੀ ਯੂਕਰੇਨ ਦੇ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਵਾਪਸ ਲਿਆਉਣ ਦੇ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਦਾਅਵਾ ਭਾਰਤ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ। ਹਾਲਾਂਕਿ ਅਜੇ ਵੀ ਕੁਝ ਵਿਦਿਆਰਥੀ ਉੱਥੇ ਮੌਜੂਦ ਨੇ ਜਿਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਪਰ ਹਰਿਆਣਾ ਦੇ ਕੁਝ ਵਿਦਿਆਰਥੀ ਵਾਪਸ ਆਏ ਨੇ ਜੋ ਦੱਸ ਰਹੇ ਨੇ कि उत्थे हालात किहो जे सन। मेरा नाम उदय सिंह है। मैं यूक्रेन अपनी MBBS की तैयारी करने के लिए गया था और मैं यहाँ से पिछले साल 1 दिसंबर को गया था। शुरुआत में तो वहाँ के जो हालात थे बिल्कुल सामान्य थे, लेकिन जैसे फरवरी का महीना आया तो 20-21 तारीख को हालात बिगड़ने लगे और 24 तारीख को तो वहाँ के एयरपोर्ट पे अटैक भी हो गया था। तो उसके बाद से तो जो वहाँ का माहौल है तो बिल्कुल दहशत का हो गया था, सभी डर चुके थे। तो उसके बाद सभी डरे हुए थे, तो हम भी सोच रहे थे कि जल्द से जल्द यहाँ से निकला जाए। तो हमने तैयारियाँ की, कुछ दिन हमने बंकर में रहना पड़ा। बंकर में हम कुछ दिन भूखे भी रहे, लेकिन फिर हमने दोस्तों के साथ थोड़ा प्लान किया कि हम फिर वहाँ से हमने 4-5 किलोमीटर पैदल चल के हम रेलवे स्टेशन तक पहुँचे, जहाँ पर हमारी वैसे 2 ट्रेनें भी मिस भी हुई, लेकिन हम 3rd ट्रेन हमें मिल गई। हमने थोड़ा संघर्ष किया चढ़ते हुए, क्योंकि यूक्रेनियन जो भी कंडक्टर थे या जो भी उनके कर्मचारी थे वो हमें अंदर नहीं घुसने दे रहे थे। हमारे साथ बहुत सारे छात्र थे, कह लो कि हमारे साथ जितने भी हॉस्टल में बाकी सारे स्टूडेंट थे, और बहुत सारे बच्चे तो खारकीव साइड से लवीव साइड से भी जो एयरपोर्ट आए हुए थे उस टाइम पे, वो सारे भी वहीं पर आ गए थे। तो तकरीबन 1000 से या 2000 से ज़्यादा ही बच्चे हमारी साइड आ गए थे। तो हमें मैनेज किया, वहीं पर ही रुके और 3 दिन भूखे रहना। हाँ जी। बदतमीजी कहाँ पर हुई आपको? बदतमीजी तो जो ट्रेन के कर्मचारी थे जो कि सभी को एंटर कराते थे ट्रेन के अंदर, उन्होंने सिर्फ यूक्रेनियन स्टूडेंट्स को और जो यूक्रेनियन वहाँ के आम जनता थी उन्हीं को ही अंदर आने की अनुमति दी और हमें नहीं दी। इसलिए हमारी जो पहली 2 ट्रेनें थी वो डिले हो गई थी। उसके बाद हमने प्लान किया, लेकिन फिर भी हम थोड़ी धक्का मुक्की भी की, लेकिन हम अंदर चले गए थे। माहौल बिल्कुल दहशत का बना हुआ था, सभी इधर से उधर कुछ दिनों में भाग रहे थे। फिर ऐसा हो गया था कि कोई भी बाहर नहीं निकल रहा था, क्योंकि सारी चीज़ें बाज़ार और जितनी भी शॉप्स है जहाँ से हम खाना पीना प्रबंध कर सकते थे वो सभी बंद हुई थी। तो ये बड़ा ही दहशत का माहौल था और सभी डरे हुए थे, और इसकी वजह से बहुत सारे बच्चे डिप्रेशन में भी गए। ऐसा जी, पहले तो हमारे दिमाग में दहशत का माहौल था। लड़ाई की हमने खबर सुनी तो हम घबरा गए थे। घबराने के बाद हमने ये समझा कि बच्चे को हौसले देने हैं भाई। बच्चे को हमने पूरा हौसले दिए, बच्चे को बोले हम घबराना नहीं बेटा, घबराने की कोई ज़रूरत नहीं है, ये समय चलता रहता है, आ जाएगा, कोई बात नहीं, अच्छा समय भी आ जाएगा, उसको वहाँ से निकाल लेंगे, तेरे को जल्दी से जल्दी करेंगे। बाकी इंडियन एम्बेसी का कोई वहाँ कोई भी सपोर्ट नहीं मिला बच्चे को, वो हमारे को भी महसूस हुआ है।
मतलब फिर वहाँ से निकलने के बाद, यूक्रेन से निकलने के बाद इंडियन एम्बेसी ने बहुत बढ़िया सपोर्ट दिया है, वो हमारे को भी अच्छा लगा। स्टार्टिंग में जैसे आप डरे हुए निकालना चाहते थे, आपने टिकट वगैरह बुक करवाई तो क्या कुछ ऐसा हम तो ये सोच रहे थे जी जल्दी से जल्दी निकल जाए हमारा बच्चा। पूरे रिश्तेदार भी परेशान थे, हम भी परेशान थे। उस परेशानी के बावजूद हमने जल्दी से जल्दी कोशिश ये कर रखी थी कि जल्दी से जल्दी हमारा बच्चा वहाँ से निकल जाए। बंकर में आपका लड़का रहा वहाँ पे, उसके हालात कैसे थे? वहाँ बहुत बेकार हालात थे। ये हमारे को मैसेज मिलता रहता था, फोटो भी भेजे इसने बंकर के, बहुत हम परेशान हुए। और भी बता रहे थे आपकी वहाँ पर पढ़ने वाले छात्रों से बात हुई तो क्या कुछ बता रहे थे, कैसा माहौल था? वहाँ दहशत का माहौल हो रहा था। एक खाने की प्रॉब्लम बहुत ज़्यादा हो रही थी। 3 दिन तक हमारा बच्चा भूखा रहा है। मतलब 2-3 दिन तक इनके पास जो था इन्होंने मिलजुल के आपस में बांट के मतलब कवर कराया है खाना। सरकार ने आपका बच्चा आपके घर तक सुरक्षित पहुंचा दिया, क्या कहना चाहोगे? हम धन्यवाद करते हैं भारत सरकार का। मतलब हमारा बच्चा सुरक्षित हमारे घर वापस पहुंचा दिया, हम खुश हैं। ਭਾਰਤ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਆਪਰੇਸ਼ਨ ਗੰਗਾ ਦੇ ਤਹਿਤ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਭਾਰਤ ਆ ਵੀ ਚੁੱਕੇ ਨੇ। ਹਾਲਾਂਕਿ ਜੋ ਵਿਦਿਆਰਥੀ ਵਾਪਸ ਪਰਤ ਰਹੇ ਨੇ ਉਹਨਾਂ ਨੇ ਭਾਰਤ ਸਰਕਾਰ ਦੇ ਇਸ ਆਪਰੇਸ਼ਨ ਤੇ ਕੁਝ ਸਵਾਲ ਵੀ ਖੜੇ ਕੀਤੇ ਨੇ। मैं गई थी खारकिव नेशनल मेडिकल यूनिवर्सिटी और फिर वहाँ पे जब हम गए तो पहले तो सिचुएशन सही थी, तो हमें बंकर्स में शिफ्ट कर दिया था और तब शेलिंग इतनी नहीं हो रही थी। फिर 1 हफ्ते के बाद 5-6 दिनों के बाद शेलिंग बढ़ने लगी तो हमें इंफॉर्मेशन मिली कि हमें निकलना है वहाँ से क्योंकि वो एरिया सेफ़ नहीं था। फिर उसके बाद हम वहाँ से मेट्रो के रास्ते से बाहर निकले और फिर शोचन में पहुँचे। वहाँ पे हमें शेल्टर्स में लेके गए थे। फिर उसके बाद हम बस के थ्रू टर्नोपिल पहुँचे और वहाँ पे मतलब ट्रेन्स में लोकल सिटीजन्स को ही जाने दे रहे थे, इंडियंस को जाने नहीं दे रहे थे। खारकिव में तो पहले शेलिंग इतनी नहीं हो रही थी, फिर बाद में जिस दिन हमें इंफॉर्मेशन मिली थी कि खारकिव खाली करना, तब तो बहुत ज़्यादा बिल्डिंग्स पे भी शेलिंग हुई थी। मन में क्या? अगर आप मतलब बंकर्स में थे तब तो इतनी आवाज़ नहीं आ रही थी, बट अगर आप नीचे थे तो फिर वो बिल्डिंग्स गिर रही थी आसपास की। बहुत कम मतलब मैसेज हो रहे थे, बात इतनी अच्छे से नहीं हो पा रही। बस यही सोच रहे थे, हर जगह भगवान को कह रहे थे कि ठीक ठाक घर आए, किसी भी तरह घर आए, जो इनकी इच्छा वही खिलाएंगे। लेकिन हम लोग के जो शुद्ध काम के लिए कुछ करते हैं वो उर्द की दाल बनाते हैं। अच्छा जी। जब ऐसा पता चला बहुत ख़राब लगा, बहुत ज़्यादा लगा क्योंकि मेरी लड़की नहीं थी, पहले से ही हमारी लड़की पैदा हुई थी, उसको बहुत ख़राब लगा था। जब थोड़ा संभलने लगे, लड़का आ गया, थोड़ा सा करने लगा, सब संभलने लगा। सर हमने बच्ची को MBBS करने के लिए वहाँ यूक्रेन भेजा था, क्योंकि इंडिया में अगर MBBS कराना हो तो काफ़ी एक्सपेंसिव पड़ता है। वो हमारा खारकिव में या ये कहें कि यूक्रेन में कराना थोड़ा सा अंडर बजट था, इसलिए हमने डिसाइड किया था कि वहाँ भेज देंगे। तो हम लोगों ने दिसंबर में इसको वहाँ मूव किया था MBBS के लिए। फैमिली में ही सब ने एडजस्टमेंट करके भेजा था उसको। वो पीरियड तो वाकई बहुत टफ था हम लोगों के लिए भी, सभी पेरेंट्स के लिए टफ था, लेकिन उससे ज़्यादा टफ बच्चों के लिए था, क्योंकि इन लोगों ने जो चीज़ें फेस की हैं शायद हम लोगों ने कभी ना की है ना कर पाएंगे। और इस छोटी सी उम्र में इन लोगों ने जो चीज़ें फेस कर ली हैं, इस 10-12 दिनों में इन्होंने काफ़ी कुछ देखा और काफ़ी कुछ एक्सपीरियंस हो गया इन लोगों को। 8 to 9 लाख सरकार से गुजारिश करेंगे सर कि कुछ ऐसा अरेंजमेंट्स करें कि जिन बच्चों का भविष्य एटलीस्ट ख़राब ना हो, जिन लोगों ने वहाँ पे समय दे दिया है या जिन लोगों ने ऑलरेडी एडमिशन ले लिया है, तो उसके लिए सरकार कुछ स्टेप ले जो कि उनके फ्यूचर ना खराब हो। MBBS करने गई थी यूक्रेन में। 7 फ़रवरी को हम यहाँ से गए थे। वहाँ पर जो सिचुएशन थी तब बहुत ही नॉर्मल थी, सब कुछ नॉर्मल था, कुछ भी वहाँ पर मतलब कि वॉर के बारे में कुछ भी नहीं था। पर 23 को जो था वहाँ पर सिचुएशन जो थी थोड़ी बहुत ख़राब होने लग पड़ी थी और 24 से तो बहुत ही ख़राब मतलब कि ब्लास्ट स्टार्ट हो गए थे वहाँ पर। फिर 24 को जैसे ही ब्लास्ट हुआ तो हमारे वहाँ पर जो मतलब कि जिस हॉस्टल में हम रहते थे वहाँ के जो भी लोग थे और हमारे सीनियर्स थे, तो उन्होंने हमें जो था बंकर्स में ट्रांसफ़र कर दिया था।
तो 24 से जो थे हम बंकर्स में रह रहे थे। 24 से लेकर हम 1 तक जो थे 1 मार्च तक हम बंकर्स में थे। तो वो जो लोग थे वहाँ पर, जो सिविलियंस थे, वो हमें थे कि धक्के मार रहे थे, वो अपने पेट्स को वो सीट्स दे रहे थे, बट हम लोगों को वो सीट प्रोवाइड नहीं कर रहे थे, वो हमें मतलब मार रहे थे। मेरी एक फ्रेंड थी, वो मेरे साथ ही सीट में बैठी हुई थी और वो बिल्कुल थक चुकी थी और उसे सफोकेशन हो रही थी, क्योंकि ट्रेन जो थी इतनी भर चुकी थी कि सांस लेना भी मतलब बहुत मुश्किल हो रहा था। तो उसने थोड़ा सा मतलब कि अपने आप को रिलैक्स करने के लिए पीछे हुई, तो वहाँ पर एक सिविलियन बैठी हुई थी, लेडी थी, तो उसको थोड़ा सा टच हुआ और उसने इतनी ज़ोर से उसे धक्का मारा और चांटे लगाए कि पूछो ही मत। तो उससे हम भी थोड़ा डर गए। फिर उन्होंने हमारे जो बैग्स थे, खाना जो था थोड़ा बहुत हमारे था बचा हुआ, वो अपने पास रख लिया। हमें खाने तक नहीं दिया जा रहा था। लवीव से हमने कैब बुक करी, फिर वहाँ से हम जो थे यूक्रेनियन बॉर्डर तक गए। वहाँ कैब जो थी वो वहाँ पर नहीं जाने दी। तिरंगा सबसे ऊंचा जो था, हमें तिरंगा ही नज़र आ रहा था और मुझे बहुत गर्व है कि हम जो है एक इंडियंस है और तिरंगा हमारे लिए जो है वो सबसे ऊपर है, सबसे गर्व की बात है। सब इंडियन गवर्नमेंट का धन्यवाद करना चाहेंगे, जो जितने भी वॉलंटियर्स हैं जिन्होंने हमारी हेल्प करी वहाँ पर, सबका मैं धन्यवाद करना चाहूँगी। हमारे CM जो है, PM जो है, सभी का उनका धन्यवाद करना चाहूँगी। और जितने भी यहाँ पर हमारे जो जिन्होंने हमारी हेल्प करी उन सभी का मतलब गवर्नमेंट जो भी है उन सभी का मैं धन्यवाद करना चाहूँगी। कि मेरा नाम है ब्रिजला शर्मा। मैंने अपनी बेटी को भेजा था MBBS करने के लिए यूक्रेन। 7 तारीख को मेरी बेटी यहाँ से गई थी, तो उसके बाद जाने के बाद इसकी एडमिशन वहाँ पे हो गई थी। 28 तारीख को इसकी क्लासेस के लिए बोला था, लेकिन उसके बीच ही माहौल वहाँ का कुछ ऐसा हो गया कि वहाँ पे मतलब लड़ाई का बन गया। तो अब बेटी को हमने इस एडमिशन तो हमने पूरे साल की वहाँ पे करवा दी है, पूरी पेमेंट कर दी है। तो अब बेटी को तो वापस बुला लिया है। अब हमारे को अपनी बेटी के भविष्य के बारे में चिंता हो रही है। तो मेरा इंडियन सरकार से यही अनुरोध है कि वो हमारे बच्चों को यहाँ पे एडमिशन दिलवाए, चाहे जो मर्जी करे, कुछ बच्चों के भविष्य के बारे में सोचे। पंजाब ते पंजाबियत दा परछावा, पंजाबी साडियां बावां, ABP सांझा। हुण देखो अपने टीवी स्क्रीन ते टाटा प्ले चैनल नंबर 1929 ते। ABP सांझा देखण लई अपने केबल ऑपरेटर नूं अज ही संपर्क करो। ABP सांझा, जोश, जज्बा, जुनून।